ਸਰ ਇੱਧਰ ਦੇਖੀ ਬੋਲਣਾ ਸਰ ਜਿਹੜਾ ਪਹਿਲਾ ਮੇਰਾ ਸਵਾਲ ਹੈਗਾ ਕਿ ਅੱਜ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਭੜਥੂ ਸ਼ਰਾਬ ਨੂੰ ਲੈ ਕੇ ਪਿਆ ਹੋਇਆ। ਸੀਐਮ ਸਾਹਿਬ ਕਹਿੰਦੇ ਕਿ ਸਾਡੀ ਜਿਹੜੀ ਦਾਰੂ ਦਾ ਸਾਨੂੰ ਕੋਈ ਘਾਟਾ ਨਹੀਂ ਪਿਆ। ਤੁਸੀਂ ਦੱਸ ਸਕਦੇ ਹੋ ਕਿ ਘਾਟਾ ਪਿਆ ਹੈ ਜਾਂ ਨਹੀਂ ਪਿਆ? ਤੁਹਾਨੂੰ ਪਤਾ ਕੁਛ ਇਸ ਤਰ੍ਹਾਂ ਦਾ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਸ਼ਰਾਬ ਦੀ ਨੀਤੀ ਨੂੰ ਲੈ ਕੇ ਜੋ ਕਸ਼ਮਕਸ਼ ਚੱਲੀ ਹੈ ਉਹ ਬੜੀ ਮੰਦਭਾਗੀ ਹੈ। ਵੀ ਇੱਕ ਪਾਸੇ ਤਾਂ ਸਾਰੀ ਦੁਨੀਆ, ਸਾਰਾ ਦੇਸ਼ ਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਕਰੋਨਾ ਵਾਇਰਸ ਨਾਲ ਜੂਝ ਰਹੇ ਨੇ। ਸਰਕਾਰ ਦੀ ਤਵੱਜੋ ਕਰੋਨਾ ਵਾਲੇ ਪਾਸੇ ਹੋਣ ਦੀ ਬਜਾਏ ਜ਼ਿਆਦਾ ਧਿਆਨ ਜਿਹੜੀ ਹੈ ਸ਼ਰਾਬ ਦੀ ਨੀਤੀ ਬਣਾਉਣ ਤੇ ਲੱਗਿਆ ਹੋਇਆ, ਸ਼ਰਾਬ ਦੇ ਠੇਕੇ ਖੋਲ੍ਹਣ ਤੇ ਲੱਗਿਆ ਹੋਇਆ। ਤੇ ਇੱਕ ਗੱਲ ਇਸ ਦੇ ਵਿੱਚ ਸਾਹਮਣੇ ਆ ਗਈ ਹੈ ਕਿ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਘਪਲਾ ਹੋ ਰਿਹਾ ਹੈ, ਜਿਹਦੇ ਵਿੱਚ ਸਾਡੇ ਸਿਆਸੀ ਲੀਡਰ ਵੀ ਇਨਵੋਲਵ ਨੇ ਅਤੇ ਅਫਸਰ ਵੀ ਇਨਵੋਲਵ ਨੇ। ਕਿਉਂਕਿ ਜਿਸ ਤਰ੍ਹਾਂ ਮੰਤਰੀਆਂ ਨੇ ਚੀਫ ਸੈਕਟਰੀ ਤੇ ਬੜਾ ਵੱਡਾ ਦੋਸ਼ ਲਾਇਆ, ਜਿਨ੍ਹਾਂ ਕੋਲੇ ਖੁਦ ਐਕਸਾਈਜ਼ ਦਾ ਮਹਿਕਮਾ ਹੈ, ਤਾਂ ਦੇਖੋ ਕਿੰਨੀ ਵੱਡੀ ਗੰਭੀਰ ਮਸਲਾ ਹੈਗਾ ਵੀ ਚੀਫ ਸੈਕਟਰੀ ਦੇ ਖੁਦ ਬੇਟੇ ਦਾ ਕਾਰੋਬਾਰ ਦੇ ਨਾਲ ਸੰਬੰਧ ਹੋਣਾ। ਫਿਰ ਉਸ ਤੋਂ ਬਾਅਦ ਚੀਫ ਸੈਕਟਰੀ ਵੱਲੋਂ ਜੋ ਸਿਆਸੀ ਲੀਡਰਾਂ ਪ੍ਰਤੀ ਇਸ਼ਾਰਾ ਕੀਤਾ ਗਿਆ ਵੀ ਗਲਤ ਕੰਮ ਜਿਹੜਾ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਹੋ ਰਿਹਾ ਹੈ। ਉਸ ਤੋਂ ਬਾਅਦ ਜਿਹੜੀਆਂ ਸ਼ਰਾਬ ਦੀਆਂ ਜੋ 2 ਨੰਬਰ ਸ਼ਰਾਬ ਬਣਾ ਰਹੀ ਸੀ ਉਹ ਫੈਕਟਰੀਆਂ 'ਤੇ ਛਾਪੇ ਵੱਜੇ ਨੇ ਅਤੇ ਉਹਨਾਂ ਦਾ ਕਾਂਗਰਸ ਦੇ ਜਿਹੜੇ ਆਗੂਆਂ ਦੇ ਨਾਲ ਸੰਬੰਧ ਜਿਹੜਾ ਜ਼ਾਹਰ ਹੋ ਰਿਹਾ ਹੈ। ਇਹ ਗੱਲ ਸਾਫ਼ ਹੋ ਗਈ ਹੈ ਵੀ ਪਿਛਲੇ 3 ਸਾਲਾਂ ਤੋਂ ਅਫਸਰ ਅਤੇ ਕਾਂਗਰਸ ਦੇ ਲੀਡਰ ਨੇ ਜਿਹੜੇ ਉਹ ਰਲ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਖਲਾ ਕਰ ਰਹੇ ਸੀ। ਉਹਨਾਂ ਨੇ ਇਸ ਕਾਰੋਬਾਰ ਦੇ ਵਿੱਚ ਲੁੱਟ ਮਚਾਈ ਹੋਈ ਸੀ, ਹੋਰ ਕਾਰੋਬਾਰਾਂ ਦੇ ਵਿੱਚ ਵੀ ਲੁੱਟ ਮਚਾਈ ਹੋਈ ਹੈ। ਸੋ ਸੀਐਮ ਸਾਹਿਬ ਕੋਲੇ ਖੁਦ ਕੋਲੇ ਇਹ ਮਹਿਕਮਾ ਹੈ, ਜੋ ਐਕਸਾਈਜ਼ ਦਾ ਮਹਿਕਮਾ, ਖੁਦ ਉਹਦੇ ਮੰਤਰੀ ਮੁੱਖ ਮੰਤਰੀ ਜੀ ਨੇ। ਤੇ ਹੁਣ ਜ਼ਿੰਮੇਵਾਰੀ ਮੁੱਖ ਮੰਤਰੀ ਜੀ ਤੇ ਬਣਦੀ ਹੈ ਵੀ ਉਹ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਉਣ, ਇਹ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰਨ। ਹੁਣ ਤੱਕ ਜੋ ਗੱਲਾਂ ਸਾਹਮਣੇ ਆ ਰਹੀਆਂ, ਜੋ ਸਹਿਮਤੀ ਕਰਾਉਣ ਦੀ ਜਾਂ ਆਪਸੀ ਜੋ ਮਤਭੇਦ ਖਤਮ ਕਰਨ ਦੀ ਜੋ ਕੋਸ਼ਿਸ਼ ਹੋ ਰਹੀ ਹੈ, ਉਸ ਦਾ ਮਕਸਦ ਇੱਕੋ ਹੀ ਹੈ ਵੀ ਮੁੱਖ ਮੰਤਰੀ ਵੀ ਇਹ ਚਾਹੁੰਦੇ ਨੇ ਵੀ ਇਹ ਜਿਹੜੀ ਸੱਚਾਈ ਹੈ ਉਹ ਲੋਕਾਂ ਸਾਹਮਣੇ ਨਾ ਆਵੇ। ਤੇ ਹੁਣ ਜੇ ਚੀਫ ਸੈਕਟਰੀ ਅਤੇ ਮੁੱਖ ਮੰਤਰੀ ਜਿਨ੍ਹਾਂ ਕੋਲੇ ਮਹਿਕਮਾ ਉਹਦੇ ਵਿੱਚ ਐਡੇ ਵੱਡੇ ਘਪਲੇ ਹੋ ਰਹੇ ਨੇ, ਤਾਂ ਉਹਦਾ ਜੇ ਮੁੱਖ ਦੋਸ਼ ਜਿਹੜਾ ਹੈ ਉਹ ਮੈਂ ਇਹੀ ਕਹਾਂਗਾ ਵੀ ਸੀਐਮ ਤੇ ਜਾ ਕੇ ਜਿਹੜੀ ਉਂਗਲ ਖੜਦੀ ਹੈ। ਤੇ ਅੱਜ ਜਿਹੜਾ ਹੈ ਆਪਦੇ ਆਪ ਨੂੰ ਜੇ ਉਹ ਸੱਚਾ ਸਾਬਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਉਣੀ ਚਾਹੀਦੀ ਹੈ, ਜਿਹੜੀ ਸੱਚ ਲੋਕਾਂ ਸਾਹਮਣੇ ਲੈ ਕੇ ਆਵੇ। ਤੇ ਨਾਲ ਮੈਂ ਸਰਕਾਰ ਨੂੰ ਫਿਰ ਆਪਦੇ ਵੱਲੋਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹੀਆਂ ਮਸਲਿਆਂ ਨੂੰ ਛੱਡ ਕੇ ਜਿਹੜੇ ਵੱਡੇ ਮਸਲੇ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ, ਜਿਹੜੀ ਇੱਕ ਜੰਗ ਅੱਜ ਕੋਵਿਡ ਦੀ ਲੜਾਈ ਲੜ ਰਹੇ ਹਾਂ, ਭਾਵੇਂ ਅਸੀਂ ਸਾਰੇ ਜਿਹੜਾ ਹੈ ਕਰਫਿਊ ਖਤਮ ਕਰਤਾ, ਚਾਹੇ ਲੋਕਡਾਊਨ ਖਤਮ ਹੋ ਗਿਆ, ਪਰ ਇੱਕ ਗੱਲ ਸਾਰੇ ਜਾਣਦੇ ਆ ਵੀ ਹਜੇ ਇਹ ਮਹਾਮਾਰੀ ਦਾ ਜੋ ਪ੍ਰਕੋਪ ਹੈ ਉਹ ਖਤਮ ਨਹੀਂ ਹੋਇਆ। ਹਜੇ ਇਹਦੇ ਹੋਰ ਵਧਣ ਦੇ ਜਿਹੜੇ ਨੇ ਸ਼ੰਕੇ ਤੇ ਡਰ ਹਜੇ ਬਣਿਆ ਹੋਇਆ ਹੈ। ਹਜੇ ਸਾਰਿਆਂ ਨੂੰ ਸੁਚੇਤ ਲੈਣ ਦੀ ਲੋੜ ਹੈ, ਖਾਸ ਤੌਰ ਤੇ ਸਰਕਾਰ ਨੂੰ ਬੜੇ ਵੱਡੇ ਕਦਮ ਚੱਕਣ ਦੀ ਲੋੜ ਹੈ, ਉਧਰ ਧਿਆਨ ਦੇਣਾ ਚਾਹੀਦਾ ਹੈ। ਸਰ ਇਹਨਾਂ ਨੇ ਸੀਐਮ ਸਾਹਿਬ ਨੇ ਇਹਨੂੰ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮੈਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਚੀਫ ਸੈਕਟਰੀ ਨੂੰ। ਦੇਖੋ, ਇਹੀ ਦੁੱਖ ਦੀ ਗੱਲ ਹੈ ਵੀ ਜਦ ਪੁਸ਼ਤ ਪਨਾਹੀ ਜਿਹੜੀ ਹੈ ਸੀਨੀਅਰ ਲੀਡਰਸ਼ਿਪ ਕਰੇ, ਸੀਨੀਅਰ ਬਿਊਰੋਕ੍ਰੇਸੀ ਕਰੇ, ਤੇ ਖਾਸ ਤੌਰ ਤੇ ਜਿਹੜੇ ਸਭ ਤੋਂ ਵੱਡੇ ਅਧਿਕਾਰੀ ਨੇ ਪੰਜਾਬ ਦੇ ਚੀਫ ਸੈਕਟਰੀ ਹੁੰਦੇ, ਤੇ ਮੁੱਖ ਮੰਤਰੀ ਜਿਹੜੇ ਨੇ ਉਹ ਸਾਰਾ ਪੰਜਾਬ ਦਾ ਜਿਹੜੀ ਹੈ ਦੇਖ ਰੇਖ ਕਰਦੇ ਨੇ। ਸੋ ਜਦ ਉਹਨਾਂ ਦੀ ਜਦੋਂ ਉਂਗਲ ਉੱਠ ਗਈ ਹੋਵੇ ਤਾਂ ਉਹਨਾਂ ਵੱਲੋਂ ਹੀ ਜਿਹੜੀ ਹੈ ਕਲੀਨ ਚਿੱਟ ਦੇਣੀ, ਇਹਦੀ ਕੋਈ ਮਾਇਨੇ ਨਹੀਂ ਰੱਖਦੀ। ਇਹ ਤਾਂ ਇੰਡੀਪੈਂਡੈਂਟ ਇਨਕੁਆਇਰੀ ਦੇ ਰਾਹੀਂ ਹੀ ਸੱਚਾਈ ਸਾਹਮਣੇ ਆ ਸਕਦੀ ਹੈ। ਸਰ ਜਿਹੜੀ ਰਾਜਪੁਰੇ ਜਿਹੜੀ ਫੈਕਟਰੀ ਫੜੀ ਗਈ ਸ਼ਰਾਬ ਦੀ, ਜਲਾਲਪੁਰ ਤੇ ਕੰਬੋਜ ਦਾ ਨਾਮ ਵਿੱਚ ਆਇਆ ਹੈ। ਕੁਝ ਪਹਿਲਾਂ ਹੁਣ ਕਾਂਗਰਸੀ ਇੱਕ ਸਰਪੰਚ ਤੇ ਆਇਆ ਸੀ, ਹੁਣ ਇੱਕ ਅਕਾਲੀ ਦਲ ਦਾ ਵੀ ਪੰਚ, ਉਹਦਾ ਨਾਮ ਵੀ ਵਿੱਚ ਆਇਆ ਹੈ। ਦੇਖੋ, ਕੋਈ ਵੀ ਦੋਸ਼ੀ ਹੈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਤੇ ਇਲਾਕੇ ਦੇ ਲੋਕਾਂ 'ਚ ਇਹ ਗੱਲ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ, ਅਫਸਰਾਂ ਨੂੰ ਪਤਾ ਸੀ ਸਾਰਾ ਕੁਝ। ਇਹ ਸਾਰਾ ਅਫਸਰਾਂ ਦੀ ਨਿਗਾਹ ਥੱਲੇ, ਦੇਖ ਰੇਖ ਥੱਲੇ ਹੋ ਰਿਹਾ ਸੀ। ਤੇ ਜਿਸ ਦਿਨ ਇਹ ਮਸਲਾ ਉੱਠਿਆ ਉਸ ਤੋਂ 2 ਦਿਨ ਬਾਅਦ ਹੀ ਸਾਰੀਆਂ ਫੈਕਟਰੀਆਂ ਫੜ ਲਈਆਂ। ਕੀ 3 ਸਾਲ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ? ਹੁਣ ਇੱਕੋ ਦਮ ਕਿਵੇਂ ਇਹਨਾਂ ਨੂੰ ਪਤਾ ਚੱਲ ਗਿਆ ਵੀ ਇਹ 2 ਨੰਬਰ ਦਾ ਕੰਮ ਚੱਲ ਰਿਹਾ? ਕਿਉਂਕਿ ਪਤਾ ਹੋਣ ਦੇ ਬਾਵਜੂਦ ਵੀ ਉਹ ਸਾਰੀ ਇਹਨਾਂ ਦੀ ਪੁਸ਼ਤ ਬਣਾਈ ਹੈ 2 ਨੰਬਰ ਦੇ ਕੰਮ ਦੀ, ਅਫਸਰਸ਼ਾਹੀ ਤੇ ਸਿਆਸੀ ਜਿਹੜੇ ਕਾਂਗਰਸ ਦੇ ਲੀਡਰ ਉਹ ਕਰ ਰਹੇ ਨੇ। ਸਰ, ਇੱਕ ਲੋਕਾਂ ਦੇ ਕਰੋਨਾ ਦੀ ਬਹੁਤ ਜ਼ਿਆਦਾ ਮਾਰ ਪਈ ਹੋਈ ਹੈ,
ਇਹਨਾਂ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਪਿਛਲੇ ਬਿਜਲੀ ਉਹ ਤੇ ਭੇਜ ਦਿੱਤੇ ਨੇ ਐਵਰੇਜ ਦੇ ਉੱਪਰ ਪੰਜਾਬ ਦੇ ਵਿੱਚ। ਲੋਕਾਂ ਕੋਲ ਪਹਿਲੇ 2 ਮਹੀਨੇ ਦੀਆਂ ਸੈਲਰੀਆਂ ਨਹੀਂ ਆ, ਲੋਕਾਂ ਦੇ ਕਾਰੋਬਾਰ ਡੁੱਬ ਗਏ। ਇਹ ਸਹੀ ਸੀਗਾ ਕਿ ਇਹਨਾਂ ਦਾ ਐਵਰੇਜ ਦੇ ਨਾਲ ਹੀ ਭੇਜ ਦਿੱਤੇ ਆ? ਇੱਕ ਤਾਂ ਮੇਰਾ ਮੰਨਣਾ ਇਹ ਹੈ ਵੀ ਇਹ ਕਰੋਨਾ ਦੇ ਨਾਲ ਸਾਰਾ ਜਿਹੜਾ ਅਰਥਚਾਰਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਲੋਕਾਂ ਕੋਲੇ ਜਿਹੜੇ ਆਰਥਿਕ ਸਾਧਨ ਸੀ ਉਹ ਘਟ ਗਏ ਨੇ, ਤੇ ਇੱਕੋ ਦਮ ਸਰਕਾਰ ਵੱਲੋਂ ਜਿਹੜੇ ਪਿਛਲੇ ਸਾਲ ਦੇ ਹਿਸਾਬ ਨਾਲ ਬਿੱਲ ਭੇਜਣਾ ਟੋਟਲੀ ਗਲਤ ਹੈ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਵੀ ਬਿਜਲੀ ਬੋਰਡ ਖੁਦ ਮੰਨਦਾ ਵੀ ਖਪਤ ਘਟ ਗਈ ਹੈ, ਕਿਉਂਕਿ ਇੰਡਸਟਰੀ ਬੰਦ ਹੈ, ਵਪਾਰ ਬੰਦ ਹੈ, ਸਾਰੇ ਕਾਰੋਬਾਰ ਬੰਦ ਨੇ, ਉਹਨਾਂ ਨੂੰ ਵੀ ਬਿੱਲ ਭੇਜਤੇ। ਕਿੱਡੀ ਦੁਖਦਾਈ ਗੱਲ ਹੈ। ਸਮਾਂ ਉਲਟਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੀ? ਸਰਕਾਰ ਨੂੰ ਸਾਰੇ ਜਿਹੜੇ ਬਿੱਲ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਤੁਸੀਂ, ਜੇ ਸਰਕਾਰ ਦੀ ਆਰਥਿਕ ਮਨਜ਼ੂਰੀ ਸੀ 25% ਬਿੱਲ ਜਿਹੜੇ ਨੇ ਪਿਛਲੇ ਸਾਲ ਮੁਤਾਬਕ ਭਰਾ ਕੇ ਬਾਕੀ ਦੀ ਜਿਹੜੀ ਐਡਜਸਟਮੈਂਟ ਹੈ 3 ਮਹੀਨਿਆਂ ਬਾਅਦ ਕਰ ਲੈਂਦੇ, ਤੇ ਉਹਦੇ ਨਾਲ ਉਦੋਂ ਤੱਕ ਲੋਕਾਂ ਦੇ ਆਰਥਿਕ ਹਾਲਾਤ ਵੀ ਸੁੱਤੇ ਜਾਂਦੇ, ਅਤੇ ਉਦੋਂ ਨੂੰ ਜਿਹੜਾ ਅਸਲੀ ਬਿੱਲ ਹੈ ਉਹਨਾਂ ਦਾ ਵੀ ਪਤਾ ਚੱਲ ਜਾਂਦਾ, ਉਹਦੀ ਐਡਜਸਟਮੈਂਟ ਮੌਕੇ ਤੇ ਕਰ ਲੈਂਦੇ। ਮੈਂ ਨਹੀਂ ਕਹਿੰਦਾ ਵੀ ਟੋਟਲੀ ਮਾਫ, ਕਿਉਂਕਿ ਬਿਜਲੀ ਬੋਰਡ ਦੀ ਵੀ ਆਰਥਿਕ ਹਾਲਾਤ ਕੋਈ ਬੜੀ ਵਧੀਆ ਨਹੀਂ, ਤਾਂ ਮੈਂ ਕਦੇ ਵੀ ਉਹ ਗੱਲ ਨਹੀਂ ਕਹੀ ਜਿਹੜੀ ਹੈ ਕਿਸੇ ਤਰੀਕੇ ਦੇ ਨਾਲ ਸੂਬੇ ਦੇ ਭਲੇ 'ਚ ਨਾ ਹੋਵੇ। ਨਹੀਂ, ਬਹੁਤ ਲੀਡਰ ਇਹ ਵੀ ਕਹਿੰਦੇ ਵੀ ਬਿੱਲ ਸਾਰੇ ਮਾਫ ਕਰਤੇ ਜਾਣੇ ਚਾਹੀਦੇ ਨੇ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹਾਂ। ਮੈਂ ਇਹ ਕਹਿਣਾ ਵੀ ਪਰ ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਜ਼ਰੂਰ ਮਿਲਣੀ ਚਾਹੀਦੀ ਸੀ, ਤਾਂ ਕਿ ਜਿਹੜੇ ਨੇ ਉਹ ਬਿੱਲ ਡੈਫਰ ਹੋ ਜਾਂਦੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਉਹ ਚਾਹੇ ਕਿਸ਼ਤਾਂ ਦੇ ਰਾਹੀਂ ਭਰਾ ਲੈਂਦੇ ਜਾਂ ਕਿਸੇ ਰੂਪ 'ਚ ਵੀ ਭਰਾ ਲੈਂਦੇ, ਉਹ ਉਸ ਤਰੀਕੇ ਨਾਲ ਭਰੇ ਜਾਣੇ ਚਾਹੀਦੇ। ਸਰ, ਇੱਕ ਨਵਾਂ ਮਸਲਾ ਆਇਆ ਬਠਿੰਡੇ ਦਾ ਕਿ ਜਿਹੜੇ ਹੋਟਲ ਬੁੱਕ ਕੀਤੇ ਗਏ ਸੀ ਉਹਦਾ ਘਪਲਾ ਸਾਹਮਣੇ ਆਇਆ ਐਨਆਰਆਈ ਵਾਸਤੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਹੈ ਘਪਲਾ ਆ ਰਹੇ ਨੇ। ਕੋਈ ਜਿਹੜੀ ਮੈਡੀਕਲ ਇਕੁਇਪਮੈਂਟ ਖਰੀਦਿਆ ਉਹਨਾਂ 'ਚ ਵੀ ਜਿਹੜੀਆਂ ਉਂਗਲਾਂ ਉੱਠ ਰਹੀਆਂ ਨੇ, ਤੇ ਫਿਰ ਆ ਸ਼ਰਾਬ ਦੇ ਜਿਹੜੇ ਠੇਕੇ ਆ ਇਹਨਾਂ 'ਚ ਵੀ ਤੁਸੀਂ ਸਾਰੇ ਦੇਖ ਰਹੇ ਹੋ ਸਰਕਾਰ ਦੇ ਉਂਗਲਾਂ ਉੱਠ ਰਹੀਆਂ ਨੇ। ਆ ਹੁਣ ਜਿਹੜੇ ਹੋਟਲ ਬੁੱਕ ਕਰਾਏ ਇਹਨਾਂ 'ਚ ਵੀ ਉਂਗਲਾਂ ਉੱਠ ਰਹੀਆਂ ਨੇ। ਇਸ ਦਾ ਮੈਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਹੈ ਵੀ ਸਾਰੀ ਸਰਕਾਰ ਦਾ ਧਿਆਨ ਲੁੱਟ ਖਸੁੱਟ ਵੱਲ ਹੋਇਆ ਹੋਇਆ, ਅਫਸਰਸ਼ਾਹੀ ਦਾ, ਸਰਕਾਰ ਦਾ, ਤੇ ਇਹਦਾ ਜਦ ਬਾੜੀ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਕੌਣ ਰਾਖੀ ਕਰੂਗਾ? ਆਖਰ ਲੋਕਾਂ ਦੀ ਜਿਹੜੀ ਹੈ ਜੇ ਨਿਗਾਹ ਜਾਂਦੀ ਹੈ, ਜੇ ਉਹਨਾਂ ਨੂੰ ਕਦੇ ਦੁੱਖ ਸਮੇਂ ਜੇ ਉਹ ਆਸ ਕਰਦੇ ਨੇ ਤਾਂ ਉਹ ਸਰਕਾਰ ਤੋਂ ਹੀ ਕਰਦੇ ਨੇ, ਤੇ ਸਰਕਾਰ ਹੀ ਇਸ ਸਮੇਂ ਤੇ ਰਾਹਤ ਦੇਣ ਦੀ ਬਜਾਏ ਉਹਨਾਂ ਨੂੰ ਲੁੱਟੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਤੇ ਮੈਂ ਇਹ ਮੰਨਦਾ ਕਿ ਜਿਹੜੇ ਵੀ ਅਧਿਕਾਰੀ ਜਾਂ ਕੋਈ ਸਿਆਸੀ ਆਗੂ ਜਿਹੜੇ ਇਹਨਾਂ ਸਾਰੇ ਘਪਲਿਆਂ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਜੇ ਸਜ਼ਾ ਮਿਲਦੀ ਹੈ ਤਾਂ ਉਹਦੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਲੋਕਾਂ ਦੇ ਮਨ ਦੇ ਵਿੱਚ ਇੱਜ਼ਤ ਵਧੇਗੀ। ਪਰ ਜੇ ਨਹੀਂ ਉਹਨਾਂ ਨੂੰ ਸਜ਼ਾ ਮਿਲਦੀ ਜਾਂ ਸ਼ਨਾਖਤ ਨਹੀਂ ਹੁੰਦੀ ਤਾਂ ਫਿਰ ਉਹਦਾ ਲੋਕਾਂ ਦੇ ਇੱਕੋ ਹੀ ਗੱਲ ਜਾਊ ਵੀ ਕੈਪਟਨ ਅਮਰਿੰਦਰ ਸਿੰਘ ਖੁਦ ਰਲੇ ਹੋਏ ਨੇ ਇਹ ਸਾਰੀ ਚੀਜ਼ਾਂ ਦੇ ਵਿੱਚ। ਸਰ ਦੇਖੋ, ਸਾਡੀ ਗਵਰਨਮੈਂਟ ਹੈ, ਸਾਡੇ ਲੋਕ ਆ ਰਹੇ ਨੇ, ਸਾਡੇ ਲੋਕਾਂ ਨੂੰ ਫ੍ਰੀ ਦੇਣਾ ਚਾਹੀਦਾ ਸੀ ਇਹਨਾਂ ਨੂੰ ਗਵਰਨਮੈਂਟ, ਜਾਂ ਗਵਰਨਮੈਂਟ ਨੇ ਪੈਸੇ ਲੈਣੇ ਚਾਹੀਦੇ ਸੀ ਗਵਰਨਮੈਂਟ ਇਹਨਾਂ ਤੋਂ? ਨਹੀਂ, ਮੈਂ ਤਾਂ ਇਹ ਕਹਿਣਾ ਗਾ ਵੀ ਪਹਿਲੀ ਗੱਲ ਤਾਂ ਉਹਨਾਂ ਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਸੀ ਵੀ ਉਹਨਾਂ ਨੂੰ ਸਬਸਿਡਾਈਜ਼ ਰੇਟ ਤੇ ਦਿੰਦੇ, ਖਾਸ ਤੌਰ ਤੇ ਜਿਹੜੇ ਲੋਕ ਪੈਸੇ ਭਰਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਵਾਸਤੇ, ਜਿਨ੍ਹਾਂ ਵਾਸਤੇ ਹੋਟਲ ਬੁੱਕ ਕਰਾਏ ਨੇ ਉਹਨਾਂ ਤੋਂ ਪੈਸੇ ਲੈਣੇ ਭਾਵੇਂ ਠੀਕ ਨੇ, ਪਰ ਉਹਨਾਂ ਦੀ ਲੁੱਟ ਕਰਨੀ ਗਲਤ ਹੈ। ਦੂਜੀ ਜਿਹੜੇ ਲੋਕ ਗਰੀਬ ਨੇ ਜਾਂ ਜਿਹੜੇ ਨਹੀਂ ਇਸ ਸਾਧਨ ਚਟਾ ਸਕਦੇ ਉਹਨਾਂ ਵਾਸਤੇ ਫ੍ਰੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਉਹ ਚਾਹੇ ਉਹਦੇ ਬੰਦੇ ਤੇ ਆਪਸ਼ਨ ਨਾ ਹੋਵੇ, ਉਹ ਸਰਕਾਰ ਦੀ ਆਪਸ਼ਨ ਹੋਵੇ ਵੀ ਜਿੱਥੇ ਵੀ ਉਹ ਲਿਜਾਣ ਉੱਥੇ ਉਹਨਾਂ ਵਾਸਤੇ ਪ੍ਰਬੰਧ ਹੋਵੇ, ਪਰ ਜਿਹੜਾ ਹੈ ਪ੍ਰਬੰਧ ਰਹਿਣਯੋਗ ਹੋਣਾ ਚਾਹੀਦਾ। ਤੇ ਉਹ ਤੇ ਵੀ ਮੇਰੇ ਨਾਲ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਸਾਰਿਆਂ ਤੋਂ ਪੈਸਾ ਲੈਣਾ ਮੈਂ ਉਚਿਤ ਨਹੀਂ ਸਮਝਦਾ। ਕੁਝ ਲੋਕ ਸਰ ਵਾਪਸ ਜਿਹੜੇ ਆਏ ਨੇ, ਕੁਝ ਨੌਜਵਾਨ ਕਾਫੀ ਆਏ ਜਿਹੜੇ ਕਹਿੰਦੇ ਸੀ 5-5 10-10 ਲੱਖ ਲਾ ਕੇ ਗਏ ਸੀ ਪਰ ਸਾਨੂੰ ਵਾਪਸ ਆਣਾ ਪੈਗਾ, ਸਾਡੇ ਕੋਲ ਕੋਈ ਪੰਜੀ ਨਹੀਂ, ਅਸੀਂ ਲੁੱਟ ਕੇ ਆਏ ਆ। ਉਹਨਾਂ ਤੋਂ ਵੀ ਗਵਰਨਮੈਂਟ ਨਹੀਂ, ਉਹਨਾਂ ਦੇ ਫ੍ਰੀ ਹੋਣਾ ਚਾਹੀਦਾ ਸੀਗਾ। ਦੇਖੋ, ਸਿਰਫ ਇੱਕ ਹੋਣੀ ਚਾਹੀਦੀ ਸੀ ਜਿਹੜੇ ਬੰਦੇ ਇੱਕ ਅਕੋਮੋਡੇਸ਼ਨ, ਬੇਸਿਕ ਅਕੋਮੋਡੇਸ਼ਨ ਪ੍ਰੋਵਾਈਡ ਕਰਦੀ ਸਰਕਾਰ, ਜਿਹੜੇ ਲੋਕ ਉੱਥੇ ਨਹੀਂ ਰਹਿਣਾ ਚਾਹੁੰਦੇ, ਜਿਹੜੇ ਕੋਈ ਹੋਟਲ 'ਚ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਆਪਸ਼ਨ ਦੇ ਦਿੰਦੇ ਵੀ ਤੁਸੀਂ ਹੋਟਲ 'ਚ ਰਹਿ ਜਾਓ, ਪਰ ਸਾਰਿਆਂ ਤੋਂ ਪੈਸੇ ਲੈਣੇ ਮੈਂ ਇਹਨੂੰ ਠੀਕ ਨਹੀਂ ਸਮਝਦਾ। ਪਰ ਸਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਾਡੇ ਇੱਥੇ ਐਨਆਰਆਈ ਆਏ ਆ, ਸਾਡੀ ਕਰੋਨਾ ਵਾਇਰਸ ਪਹਿਲੇ ਸਰਕਾਰ ਦੀ ਨਾਕਾਮੀ ਸੀ, ਜਿਹੜੇ ਫੋਰਨ ਗਏ ਸੀ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਟੈਸਟਿੰਗ ਨਹੀਂ ਕੀਤੀ, ਉਹਨਾਂ ਨੂੰ ਸਕਰੀਨਿੰਗ ਨਹੀਂ ਕੀਤੀ ਪਹਿਲਾਂ, ਤੁਹਾਨੂੰ ਲੱਗਦਾ ਕੁਛ ਐਸਾ? ਦੇਖੋ, ਗੱਲ ਇਹ ਹੈ, ਹਰ ਗੱਲ ਤੇ ਵੀ ਮੈਂ ਨਹੀਂ ਉਚਿਤ ਸਮਝਦਾ ਨੁਕਤਾਚੀਨੀ ਕਰਨੀ, ਕਿਉਂਕਿ ਇਹ ਮਹਾਮਾਰੀ ਐਸੀ ਆਈ ਕੋਈ ਵੀ ਤਿਆਰ ਨਹੀਂ ਸੀਗਾ, ਨਾ ਤਾਂ ਸਾਡੇ ਕੋਲ ਟੈਸਟਿੰਗ ਨਾ ਸਕਰੀਨਿੰਗ ਦਾ
ਜਿਹੜੀ ਨਾ SOP ਸੀਗੀਆਂ ਜਿਹੜੀਆਂ ਤਿਆਰ ਸੀ ਜਿਹਦੇ ਨਾਲ ਕੀ ਸਕਰੀਨਿੰਗ ਦਾ ਪ੍ਰੋਸੈਸ ਹੋਣਾ ਹੈ, ਉਹ ਇਨ ਪਲੇਸ ਨਹੀਂ ਸੀ, ਨਾ ਇਕਵਿਪਮੈਂਟ ਸੀ ਤੇ ਨਾ ਹੀ ਸਾਰੀ, ਕਿਉਂਕਿ ਕੋਈ ਵੀ ਚੀਜ਼ ਆ ਉਹਨੂੰ ਤਿਆਰ ਕਰਨ ਲਈ ਜਾਂ ਉਹਨੂੰ ਸਿਸਟਮਾਈਜ਼ ਕਰਨ ਵਾਸਤੇ 10-15 ਦਿਨ ਲੱਗ ਜਾਂਦੇ ਨੇ। ਸੋ ਉਸ ਸਮੇਂ ਜਿਹੜੇ ਕੁਝ ਲੋਕ ਆ ਗਏ, ਉਹਨਾਂ ਦੀ ਨਹੀਂ ਸ਼ਨਾਖਤ ਹੋ ਸਕੀ। ਉਹ ਸਰਕਾਰ ਨੇ, ਮੈਂ ਨਹੀਂ ਕਹਿੰਦਾ ਕੋਈ ਜਾਣ ਬੁੱਝ ਕੇ ਕੀਤਾ, ਹਾਂ ਕਿਤੇ ਨਾ ਕਿਤੇ ਉਹਨਾਂ ਨੂੰ ਥੋੜ੍ਹੀ ਜਿਹੀ ਹੋਰ ਚੁਸਤੀ ਫੁਰਤੀ ਨਾਲ ਕਰਨਾ ਚਾਹੀਦਾ ਸੀਗਾ, ਪਰ ਫਿਰ ਵੀ ਇਕਵਿਪਮੈਂਟ ਆਉਂਦੇ, ਕਿਉਂਕਿ ਇਕਵਿਪਮੈਂਟ ਵੀ ਬਾਹਰੋਂ ਆਈ ਹੈ, ਇਕਵਿਪਮੈਂਟ ਆਉਂਦੇ ਟਾਈਮ ਲੱਗ ਗਿਆ, ਜਿਹੜੀ ਹੈ ਟੈਸਟਿੰਗ ਇਕਵਿਪਮੈਂਟ, ਤੇ ਉਦੋਂ ਜਿਹੜੇ ਪ੍ਰੋਪਰ SOPs ਆਪਰੇਟਿੰਗ ਪ੍ਰੋਸੀਜਰਸ ਇਨ ਪਲੇਸ ਨਹੀਂ ਸੀਗੇ, ਸੋ ਜਿਹਦੇ ਕਰਕੇ ਹੋਈ ਹੈ। ਪਰ ਉਹਦੇ ਲਈ ਇਕੱਲੀ ਸਰਕਾਰ ਨੂੰ ਆਪਾਂ ਜ਼ਿਆਦਾ, ਕਿਉਂਕਿ ਇਕੱਲੇ ਪੰਜਾਬ 'ਚ ਨਹੀਂ ਸਾਰੀ ਜਗ੍ਹਾ ਹੀ ਇਹ ਸਮੱਸਿਆ ਆਈ ਹੈ ਉਦੋਂ, ਸੋ ਇਕੱਲੀ ਸਰਕਾਰ ਨੂੰ ਇਹਦੇ ਬਾਰੇ ਮੈਂ ਕੋਈ ਬੜਾ ਦੋਸ਼ ਵੀ ਨਹੀਂ ਦੇ ਸਕਦਾ। ਮੇਰਾ ਲਾਸਟ ਸਵਾਲ ਹੈ, ਹੁਣ ਸਾਡੇ ਇੱਥੋਂ ਮਜ਼ਦੂਰ ਜਿਹੜੇ ਪਲਾਨ ਕਰ ਰਹੇ ਨੇ, ਤੁਸੀਂ ਫਾਈਨਾਂਸ ਡਿਪਾਰਟਮੈਂਟ ਸੰਭਾਲਿਆ, ਸਾਡੇ ਪੰਜਾਬ ਦੀ ਇੰਡਸਟਰੀ ਨੂੰ ਇਹਨਾਂ ਮਜ਼ਦੂਰਾਂ ਕਰਕੇ ਜਾਣ ਦੀ ਕਿੰਨਾ ਕੁ ਫਰਕ ਪਏਗਾ? ਕਿੰਨਾ ਕੁ ਸਾਡੇ ਵਿੱਤੀ ਹਾਲਾਤ ਸਾਡੇ ਕਮਜ਼ੋਰ ਹੋਣਗੇ ਜਾਂ ਕੀ ਹੋਏਗਾ? ਦੇਖੋ, ਬਹੁਤ ਵੱਡਾ ਫਰਕ ਪਏਗਾ। ਮੇਰੀ ਇੰਡਸਟਰੀਅਲਿਸਟਾਂ ਨਾਲ ਵੀ ਗੱਲ ਹੁੰਦੀ ਹੈ, ਉਹ ਬੜੇ ਚਿੰਤਤ ਨੇ, ਕਿਸਾਨ ਬੜਾ ਚਿੰਤਤ ਹੈ, ਕਿਉਂਕਿ ਸਾਰੀ ਜਿਹੜੀ ਖੇਤੀਬਾੜੀ ਖਾਸ ਤੌਰ 'ਤੇ ਜਿਹੜੀ ਝੋਨੇ ਦੀ ਬਿਜਾਈ ਹੈ ਉਹ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਇੰਡਸਟਰੀਆਂ ਨੇ ਉਹ ਵੀ ਕਾਫੀ ਹੱਦ ਤੱਕ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਕਰਦੀਆਂ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਘੱਟੋ ਘੱਟ 3 ਮਹੀਨੇ ਕੋਈ ਪ੍ਰਵਾਸੀ ਮਜ਼ਦੂਰ ਜਿਹੜੇ ਅੱਜ ਗਏ ਨੇ ਉਹ ਵਾਪਸ ਆਉਣਗੇ, ਤੇ ਉਹਦੇ ਨਾਲ ਸਾਡੀ ਜੋ ਪ੍ਰੋਡਕਸ਼ਨ ਹੈ ਉਹ ਇਫੈਕਟ ਹੋਏਗੀ। ਤੇ ਅਰਥਚਾਰੇ ਨੂੰ ਤਾਂ ਸੁਭਾਵਿਕ ਹੀ ਹੈ ਵੀ ਡਾਇਰੈਕਟਲੀ ਇੰਪੈਕਟ ਹੋਏਗਾ। ਜਦ ਪ੍ਰੋਡਕਸ਼ਨ ਨਹੀਂ ਹੋਊਗੀ ਤਾਂ ਅਰਥਚਾਰਾ ਜਿਹੜਾ ਸੂਬੇ ਦਾ ਪ੍ਰਭਾਵਿਤ ਹੋਏਗਾ। ਸੋ ਸਰਕਾਰ ਨੂੰ ਖੁਦ ਵੀ ਯਤਨ ਕਰਨੇ ਚਾਹੀਦੇ ਸੀ, ਸਰਕਾਰ ਨੂੰ, ਇੰਡਸਟਰੀਅਲਿਸਟਸ ਨੂੰ ਵੀ ਇਹ ਜਿਹੜਾ ਉਹਨਾਂ 'ਤੇ ਦਬਾਅ ਪਾਉਣਾ ਚਾਹੀਦਾ ਸੀ ਵੀ ਜਿਹੜਾ ਜਿੱਥੇ ਜਿੱਥੇ ਕੰਮ ਕਰ ਰਿਹਾ ਉਹਨਾਂ ਦੀ ਰੋਜ਼ੀ ਰੋਟੀ ਦਾ, ਉਹਨਾਂ ਦੀ ਸੁਰੱਖਿਆ ਦਾ, ਉਹਨਾਂ ਦਾ ਹਰ ਪੱਖ ਤੋਂ ਧਿਆਨ ਰੱਖਿਆ ਜਾਵੇ। ਜੇ ਉਹ ਤਨਖਾਹ ਦੇਣ ਦੀ ਸਮਰੱਥਾ ਨਹੀਂ ਰੱਖਦੇ, ਘੱਟੋ ਘੱਟ ਉਹਨਾਂ ਨੂੰ ਬੁਨਿਆਦੀ ਲੋੜਾਂ ਤਾਂ ਉਹਨਾਂ ਦੀ ਪੂਰੀਆਂ ਕਰ ਸਕਦੇ ਆ, ਉਹਨਾਂ ਦੇ ਰਹਿਣ ਦਾ ਪ੍ਰਬੰਧ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ। ਆਖਿਰ ਜੇ ਉਹ ਲੋਕ ਜਿਹੜੇ ਇੰਡਸਟਰੀਅਲਿਸਟ ਨੇ, ਜੇ ਉਹ ਅੱਜ ਇੱਥੇ ਪਹੁੰਚੇ ਨੇ, ਤਾਂ ਆਖਿਰ ਇਹਨਾਂ ਮਜ਼ਦੂਰਾਂ ਦੀ ਵੀ ਵਿਚਾਰਿਆਂ ਦੀ ਖੂਨ ਪਸੀਨੇ ਦੀ ਕਮਾਈ ਦਾ, ਖੂਨ ਪਸੀਨੇ ਦਾ ਬਹੁਤ ਵੱਡਾ ਯੋਗਦਾਨ ਹੈ ਉਹਦੇ 'ਚ। ਸੋ ਹਰ ਬੰਦੇ ਦੀ ਜਿਹੜਾ ਕਿਸੇ ਨਾਲ ਜੁੜਿਆ ਹੋਇਆ, ਜਿਹਦੇ ਥੱਲੇ ਕੰਮ ਕਰ ਰਿਹਾ, ਐਸੀ ਮੁਸ਼ਕਿਲ ਸਮੇਂ 'ਚ ਸਭ ਦੀ ਡਿਊਟੀ ਬਣਦੀ ਹੈ ਕਿ ਅਸੀਂ ਗਰੀਬ ਤੇ ਲੋੜਵੰਦ ਲੋਕ, ਚਾਹੇ ਕਿਸੇ ਵੀ, ਚਾਹੇ ਮਾਈਗ੍ਰੈਂਟ ਨੇ, ਚਾਹੇ ਇੱਥੇ ਰਹਿਣ ਵਾਲੇ ਨੇ, ਉਹਨਾਂ ਦੇ ਅਸੀਂ ਜਿਹੜੀ ਹੈ ਮਦਦ ਕਰੀਏ, ਉਹਨਾਂ ਦੇ ਕੰਮ ਆਈਏ। ਤੇ ਨਹੀਂ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਹੈ, ਇਹੋ ਜਿਹੇ ਮੌਕੇ ਦੀ ਲੋੜ ਹੁੰਦੀ ਹੈ। ਸੋ ਜਿਹੜੀਆਂ ਇੰਡਸਟਰੀਆਂ ਨੇ ਇਹ ਕੁਤਾਹੀ ਕੀਤੀ ਹੈ, ਉਹਨਾਂ ਬਾਰੇ ਵੀ ਪਤਾ ਕਰਨਾ ਚਾਹੀਦਾ ਵੀ ਕਿਉਂ ਨਹੀਂ ਉਹਨਾਂ ਨੇ ਧਿਆਨ ਰੱਖਿਆ। ਜਦ ਸਰਕਾਰ ਨੇ ਪਹਿਲੇ ਦਿਨ ਹਦਾਇਤ ਕਰਤੀ ਸੀ ਵੀ ਜਿਹੜੇ ਕੋਈ ਇੰਡਸਟਰੀ 'ਚ ਜਿੱਥੇ ਮਜ਼ਦੂਰ ਕੰਮ ਕਰਦੇ ਉਹਨਾਂ ਦੀ ਦੇਖਭਾਲ ਇਹਨਾਂ ਨੇ ਕਰਨੀ ਹੈ, ਤਾਂ ਜਿੱਥੇ ਜਿੱਥੇ ਕੁਤਾਹੀ ਉਹ ਵੀ ਕਰਨ। ਬਾਕੀ ਕਿਤੇ ਡਰ ਤੇ ਭੈ ਦਾ ਵੀ ਮਾਹੌਲ ਸੀਗਾ, ਕਿਉਂਕਿ ਐਸਾ ਡਰ ਬਣ ਗਿਆ ਵੀ ਸ਼ਾਇਦ ਕੋਈ ਬਚੀਏ ਨਾ ਬਚੀਏ, ਤੇ ਕੁਝ ਲੋਕ ਤਾਂ ਵੀ ਉਸ ਚੀਜ਼ ਤੋਂ ਵੀ ਡਰਦੇ ਹੋਏ ਆਪਦੇ ਪਰਿਵਾਰ ਨੂੰ ਲੈ ਕੇ ਚਲੇ ਗਏ।